ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ਦੇ ਨਾਲ ਜੁੜੀਆਂ ਖਬਰਾਂ ਦੇ ਵੱਲ ਰੁਖ ਕਰਾਂਗੇ। ਲਗਾਤਾਰ ਚਰਚਾਵਾਂ ਨੇ ਕਿ ਕਿਸਾਨ ਆਗੂਆਂ ਦੇ ਸਮੇਤ ਕਈ ਕਿਸਾਨਾਂ ਦੇ ਉੱਤੇ ਮਾਮਲਾ ਦਰਜ ਹੋਇਆ। ਦਿੱਲੀ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ FIR ਦਰਜ ਹੋਈਆਂ ਨੇ, ਜਿਸ ਨੂੰ ਲੈ ਕੇ ਪੰਜਾਬ ਦੇ ਸੀਨੀਅਰ ਵਕੀਲ ਦੇ ਵੱਲੋਂ ਇਸ ਦੇ ਉੱਤੇ ਗੱਲਬਾਤ ਕੀਤੀ ਗਈ ਹੈ। ਉਹਨਾਂ ਨੇ ਵਿਸਥਾਰ ਦੇ ਨਾਲ ਦੱਸਿਆ ਹੈ ਕਿ ਜਦੋਂ ਇਹ ਮਾਮਲਾ ਕੋਰਟ ਦੇ ਵਿੱਚ ਜਾਏਗਾ ਤਾਂ ਇਸ ਦੇ ਉੱਤੇ ਇੱਕ ਵਾਰ ਫਿਰ ਤੋਂ ਜਾਂਚ ਹੋਵੇਗੀ, ਜਿਸ ਜਾਂਚ ਤੋਂ ਬਾਅਦ ਉਮੀਦ ਹੈ ਕਿ ਕਿਸਾਨਾਂ ਨੂੰ ਵੀ ਇਨਸਾਫ ਮਿਲੇਗਾ। ਅਹਿਮ ਰੂਪ 'ਚ ਜੋ ਕਿਸਾਨਾਂ ਦੇ ਉੱਤੇ ਹੁਣ ਪਰਚੇ ਹੋਏ ਨੇ, ਕਿਉਂਕਿ ਉਹ ਕਿਸਾਨ ਪੰਜਾਬ ਦੇ ਅਲੱਗ-ਅਲੱਗ ਖੇਤਰ ਤੋਂ ਜੋ ਹੈ ਬੇਸਡ ਨੇ ਤੇ ਹੁਣ ਉਹ ਐਜੀਟੇਸ਼ਨ ਲਈ ਦਿੱਲੀ ਗਏ ਹੋਏ ਨੇ ਤੇ ਦਿੱਲੀ ਦੇ ਵਿੱਚ ਇਹ ਪਰਚੇ ਦਰਜ ਹੋਏ ਨੇ। ਤਾਂ ਇਹ ਪਰਚਿਆਂ ਦੀ ਸਹੀ ਰੂਪ ਦੇ ਵਿੱਚ ਇਨਵੈਸਟੀਗੇਸ਼ਨ ਤੇ ਜਾਂਚ ਕਰੂ ਤਾਂ ਕੌਣ ਕਰੂ? ਤਾਂ ਇਹਦੇ ਵਿੱਚ ਤਾਂ ਮੇਰੀ ਰਿਕੁਐਸਟ ਹੈ ਵੀ ਕਿਤੇ ਕੋਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਰਿਟਾਇਰਡ ਜੱਜੋਂ ਵੱਲੋਂ ਉਹਨਾਂ ਦਾ ਕਮਿਸ਼ਨ ਸੈੱਟ ਕਰਕੇ ਕੋਈ ਪ੍ਰੋਪਰ ਜੁਡੀਸ਼ੀਅਲ ਇਨਕੁਆਇਰੀ ਇਹਨਾਂ ਮਾਮਲਿਆਂ 'ਚ ਹੋਵੇ ਤਾਂ ਕਿ ਸੱਚ ਬਾਹਰ ਆਵੇ ਵੀ ਇਹ ਪੋਲੀਟੀਕਲੀ ਮੋਟੀਵੇਟਡ ਪਰਚੇ ਤਾਂ ਨਹੀਂ ਹੈ। ਦੂਜੀ ਗੱਲ, ਉਹ ਕਿਸਾਨ ਕਿਉਂਕਿ ਪੰਜਾਬ ਬੇਸਡ ਨੇ ਤੇ ਦਿੱਲੀ ਇੱਕ ਅੰਦੋਲਨ ਦੇ ਲਈ ਗਏ ਹੋਏ ਨੇ, ਪੋਲੀਟੀਕਲ ਰੀਜ਼ਨਸ ਦੇ ਲਈ ਗਏ ਹੋਏ ਨੇ, ਤਾਂ ਉੱਥੇ ਇਹ ਵੀ ਅਹਿਮ ਹੋ ਜਾਂਦਾ ਵੀ ਉਹਨਾਂ ਨੂੰ ਉੱਥੇ ਪ੍ਰੋਪਰ ਲੀਗਲ ਏਡ ਜੋ ਹੈ ਮੁਹੱਈਆ ਹੋਵੇ ਤੇ ਉਹਨਾਂ ਨੂੰ ਹਰ ਪ੍ਰਕਾਰ ਦੀ ਜੋ ਕਾਨੂੰਨੀ ਸਹਾਇਤਾ ਹੈ ਉਹ ਮਿਲੇ। ਪ੍ਰਸ਼ਾਸਨ ਜਾਂ ਹੋਰ ਸਿਸਟਮ ਉਹਨਾਂ ਤੇ ਦਬਾਅ ਬਣਾ ਕੇ ਉਹਨਾਂ ਨਾਲ ਕਿਤੇ ਕੋਈ ਜੋ ਹੈ ਧੱਕਾ ਨਾ ਕਰ ਸਕੇ। ਤਾਂ ਇਹ ਵੀ ਇਨਸ਼ੋਰ ਕਰਨਾ ਬੜਾ ਲਾਜ਼ਮੀ ਹੈ ਡੈਮੋਕ੍ਰੇਸੀ ਦੇ ਵਿੱਚ। ਇਹ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਵੀ ਇਹ ਚੀਜ਼ਾਂ ਨੂੰ ਦੇਖ ਕੇ। ਇਹ ਇੱਕ ਕਾਨੂੰਨ ਦਾ ਪ੍ਰਿੰਸੀਪਲ ਹੈ ਵੀ ਕਾਨੂੰਨ ਜੋ ਇਨਸਾਫ ਹੈ ਉਹ ਸਿਰਫ ਹੋਣਾ ਹੀ ਨਹੀਂ ਚਾਹੀਦਾ, ਉਹ ਦਿਖਣ ਵਿੱਚ ਵੀ ਹੋਵੇ ਵੀ ਇਨਸਾਫ ਕੀਤਾ ਗਿਆ, ਤਾਂ ਉਸ ਰੂਪ ਦੇ ਵਿੱਚ ਜੋ ਹੈ ਸਿਸਟਮ ਚੱਲਣਾ। ਉਧਰ ਅੱਜ ਪਾਰਲੀਮੈਂਟ ਦੇ ਸੈਸ਼ਨ ਦਾ ਪਹਿਲਾ ਦਿਨ ਹੈ ਤੇ ਅੱਜ ਸ਼ੁਰੂਆਤੀ ਦੌਰ ਦੇ ਵਿੱਚ ਹੀ ਦੇਸ਼ ਦੇ ਰਾਸ਼ਟਰਪਤੀ ਦੇ ਵੱਲੋਂ ਦੋਹਾਂ ਸਦਨਾਂ ਨੂੰ ਸੰਬੋਧਨ ਕੀਤਾ ਜਾਣਾ, ਜਿਸ ਤੋਂ ਪਹਿਲਾਂ ਹੀ ਵੱਖ-ਵੱਖ ਤਰ੍ਹਾਂ ਦੇ ਸਿਆਸੀ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਨੇ। ਸਿਆਸੀ ਬਿਆਨਾਂ ਦੇ ਵੱਲ ਰੁਖ ਕਰਾਂਗੇ। ਉਸ ਤੋਂ ਪਹਿਲਾਂ ਅੱਜ ਦੀ ਸਥਿਤੀ ਕੀ ਰਹੇਗੀ, ਅੱਜ ਦੇ ਪਾਰਲੀਮੈਂਟ ਸੈਸ਼ਨ ਦਾ ਪ੍ਰਭਾਵ ਕੀ ਰਹੇਗਾ, ਇਹ ਜਾਣਦੇ ਹਾਂ ਸੁਰਿੰਦਰ ਡੱਲਾ ਹੋਣਾ ਤੋਂ। ਡੱਲਾ ਸਾਹਿਬ, ਸਵਾਗਤ ਹੈ ਜੀ। ਡੱਲਾ ਜੀ, ਕਿੱਦਾਂ ਵੇਖ ਰਹੇ ਹੋ? ਅੱਜ ਪਾਰਲੀਮੈਂਟ ਸੈਸ਼ਨ ਹੈ ਤੇ ਅੱਜ ਦੇ ਪਾਰਲੀਮੈਂਟ ਸੈਸ਼ਨ ਦਾ ਪ੍ਰਭਾਵ, ਕਿਸਾਨੀ ਅੰਦੋਲਨ ਦਾ ਪ੍ਰਭਾਵ ਕੀ ਆਪਸ ਦੇ ਵਿੱਚ ਮੇਲ ਖਾ ਕੇ ਚੱਲਣਗੇ? ਕਿੱਦਾਂ ਦਾ ਰਹੇਗਾ ਅੱਜ ਦਾ ਪਾਰਲੀਮੈਂਟ ਸੈਸ਼ਨ? ਦੇਖੋ, ਬਹੁਤ ਅਹਿਮੀਅਤ ਅੱਜ ਪਾਰਲੀਮੈਂਟ ਦੇ ਸੈਸ਼ਨ ਦੀ ਹੈ ਗਗਨ। ਅੱਜ ਦਾ ਪਾਰਲੀਮੈਂਟ ਸੈਸ਼ਨ ਰਾਸ਼ਟਰਪਤੀ ਦੇ ਦੋਹਾਂ ਸਦਨਾਂ ਨੂੰ ਭਾਸ਼ਣ ਦੇ ਨਾਲ ਸ਼ੁਰੂ ਹੋਣਾ ਹੈ। ਅੱਜ 29 ਜਨਵਰੀ ਹੈ, ਬੜਾ ਅਹਿਮ ਦਿਨ ਹੈ, ਪਰ 16 ਪਾਰਟੀਆਂ ਨੇ ਲਗਭਗ ਐਲਾਨ ਕਰ ਦਿੱਤਾ ਹੈ ਕਿ ਅਸੀਂ ਬਹਿਸ਼ਕਾਰ ਕਰਾਂਗੇ, ਅਸੀਂ ਬਾਈਕਾਟ ਕਰਾਂਗੇ ਰਾਸ਼ਟਰਪਤੀ ਦੇ ਭਾਸ਼ਣ ਦਾ। ਦੋਹਾਂ ਸਦਨਾਂ ਦੇ ਮੈਂਬਰਾਂ ਨੂੰ ਉਹਨਾਂ ਨੇ ਭਾਸ਼ਣ ਕਰਨਾ ਹੈ, ਸਰਕਾਰ ਦਾ ਵਿਜ਼ਨ ਪੇਸ਼ ਕਰਨਾ ਹੁੰਦਾ ਹੈ। ਸਰਕਾਰ ਦਾ ਕੀ ਵਿਜ਼ਨ ਹੈ, ਸਰਕਾਰ ਦੀਆਂ ਕੀ ਪ੍ਰਾਪਤੀਆਂ, ਸਰਕਾਰ ਕੀ ਕਰਨਾ ਚਾਹੁੰਦੀ ਹੈ, ਭਾਰਤ ਨੇ ਕੀ ਪਾਇਆ, ਕੀ ਟਾਰਗੇਟਸ ਨੇ, ਫਿਊਚਰ ਕੀ ਹੈ, ਸਰਕਾਰ ਦੀ ਪਲੈਨਿੰਗ ਕੀ ਹੈ। ਔਰ 3 ਖੇਤੀ ਕਾਨੂੰਨਾਂ ਦੇ ਵੀ ਹਾਲਾਂਕਿ ਕੋਈ ਨਾ ਕੋਈ ਗੱਲ ਜ਼ਰੂਰ ਸਰਕਾਰੀ ਧਿਰ ਵਾਲੇ ਪਾਸਿਓਂ ਰਾਸ਼ਟਰਪਤੀ ਰੱਖਣਗੇ ਇਸ ਭਾਸ਼ਣ ਦੇ ਵਿੱਚ। ਹਿੰਦੀ 'ਚ ਇਹਨੂੰ ਕਹਿੰਦੇ ਨੇ ਰਾਸ਼ਟਰਪਤੀ ਦਾ ਅਭਿਭਾਸ਼ਣ, ਪੰਜਾਬੀ 'ਚ ਰਾਸ਼ਟਰਪਤੀ ਦਾ ਭਾਸ਼ਣ। ਆਮ ਆਦਮੀ ਪਾਰਟੀ ਨੇ ਨਹੀਂ ਜਾਣਾ, ਕਾਂਗਰਸ ਨੇ ਨਹੀਂ ਜਾਣਾ। ਔਰ ਮੈਨੂੰ ਇਹ ਲੱਗਦਾ ਕਿ ਹੁਣ ਤੱਕ ਜਿਹੜਾ ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ, ਕਿਸਾਨ ਵਰਸਸ ਗਵਰਨਮੈਂਟ, ਇਹ ਮੁਕਾਬਲਾ ਚੱਲ ਰਿਹਾ ਸੀ। ਹੁਣ ਵਿਰੋਧੀ ਧਿਰ ਹੈ ਜਿਹੜੀਆਂ ਵਿਰੋਧੀ ਧਿਰਾਂ ਪਹਿਲਾਂ ਬਾਹਰ ਪ੍ਰੋਟੈਸਟ ਕਰ ਰਹੀਆਂ ਸੀ, ਕਿਸਾਨਾਂ ਨੂੰ ਕਹਿ ਰਹੀਆਂ ਸੀ ਅਸੀਂ ਤੁਹਾਡੇ ਨਾਲ ਆ, ਹੁਣ ਉਹਨਾਂ ਕੋਲੇ ਮੌਕਾ ਹੈ ਕਿ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਇਹਨਾਂ 3 ਖੇਤੀ ਕਾਨੂੰਨਾਂ 'ਤੇ ਆਪਣੀ ਆਵਾਜ਼ ਬੁਲੰਦ ਕਰਨ। ਪਿਛਲੀ ਵਾਰੀ ਪਾਰਲੀਮੈਂਟ ਦੇ ਸੈਸ਼ਨ 'ਚ ਬਿੱਲ ਪਾਸ ਹੋ ਗਏ, ਇਹ ਵਿਰੋਧੀ ਧਿਰਾਂ ਨਹੀਂ ਕੁਝ ਕਰ ਸਕੀਆਂ। ਹੁਣ ਉਹਨਾਂ ਕੋਲੇ ਮੌਕਾ ਹੈ ਕਿ ਉਹ ਸਰਕਾਰ ਨੂੰ ਸਮਝਾਉਣ, ਬੁਝਾਉਣ, ਗੱਲਬਾਤ ਕਰਨ। ਔਰ ਸਰਕਾਰ ਕੋਲੇ ਵੀ ਮੌਕਾ ਹੈ ਕਿ ਸਰਕਾਰ ਇੱਕ ਵਾਰੀ ਪਾਰਲੀਮੈਂਟ 'ਚ ਦੱਸ ਦੇ, ਇੱਕ ਖੁੱਲ੍ਹੀ ਡਿਬੇਟ ਹੋ ਜੇ, ਪੂਰਾ ਮੁਲਕ ਸੁਣ ਲੇ, ਦੇਸ਼ ਸੁਣ ਲੇ, ਦੁਨੀਆ ਸੁਣ ਲੇ ਕਿ ਸਰਕਾਰ ਕਿਹੜੇ ਫਾਇਦੇ ਗਿਣਾ ਰਹੀ ਹੈ ਪਾਰਲੀਮੈਂਟ 'ਚ। ਅਤੇ ਵਿਰੋਧੀ ਧਿਰਾਂ ਜਦੋਂ ਉਹਦੇ 'ਤੇ ਸਵਾਲ ਕਰਨ ਇੱਕ ਖੁੱਲ੍ਹੀ ਚਰਚਾ 'ਚ, ਤੇ ਪਤਾ ਲੱਗ ਜੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜੇ। ਔਰ ਮੈਂ ਇਹ ਵੀ ਦੇਖਣਾ ਚਾਹੂੰਗਾ ਗਗਨ ਕਿ ਸਾਡੇ ਬੜੇ ਮਾਨਯੋਗ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਗਰ ਕਿਤੇ ਕਿਸੇ ਨਾ ਕਿਸੇ ਰੂਪ 'ਚ ਪਾਰਲੀਮੈਂਟ ਦੇ ਇਸ ਸੈਸ਼ਨ ਦਾ ਹਿੱਸਾ ਬਣ ਸਕਣ, ਜਾਂ ਉਹ ਇਸ ਪਾਰਲੀਮੈਂਟ ਦੇ ਸੈਸ਼ਨ 'ਚ ਇਹਨਾਂ 3 ਖੇਤੀ ਕਾਨੂੰਨਾਂ 'ਤੇ ਅਗਰ ਸਰਕਾਰ ਦੇ ਕੋਈ ਜਵਾਬ ਆਉਂਦੇ ਨੇ, ਸਰਕਾਰ ਕੋਈ ਫਾਇਦੇ ਦੱਸਦੀ ਹੈ, ਅਤੇ ਅਗਰ ਮਨਮੋਹਨ ਸਿੰਘ ਉਹਨਾਂ 'ਤੇ ਆਪਣਾ ਰਿਐਕਸ਼ਨ ਦੇਣ, ਉਹਦੇ ਨਾਲ ਵੀ ਬਹੁਤ ਚੀਜ਼ਾਂ ਸਮਝਣ ਦੀ ਆਸਾਨੀ ਹੋਏਗੀ। ਬਹੁਤ ਸਾਰੀਆਂ ਤਕਨੀਕੀ ਚੀਜ਼ਾਂ ਨੇ ਜਿਹੜੀਆਂ ਦੇਸ਼ ਦੇ ਲੋਕਾਂ ਨੂੰ ਹਜੇ ਨਹੀਂ ਪਤਾ, ਕਿਸਾਨਾਂ ਨੂੰ ਪਤਾ ਨੇ, ਆਮ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਨਹੀਂ ਪਤਾ। ਹੁਣ ਸਰਕਾਰ ਅੱਗੇ ਮੌਕਾ ਇਸ ਪਾਰਲੀਮੈਂਟ ਸੈਸ਼ਨ ਦੇ ਵਿੱਚ ਉਹ ਸਾਰੀਆਂ ਗੱਲਾਂ ਬਾਹਰ ਲੈ ਕੇ ਆਉਣ ਦਾ। ਕੁੱਲ ਮਿਲਾ ਕੇ ਇਹ ਪਾਰਲੀਮੈਂਟ ਦਾ ਸੈਸ਼ਨ ਬੜਾ ਹੰਗਾਮੇਦਾਰ ਰਹੂਗਾ ਔਰ ਵੇਖਦੇ ਹਾਂ ਅੱਗੇ ਕੀ ਹੋਊਗਾ। ਪੰਜਾਬ ਦੇ ਮੈਂਬਰ ਪਾਰਲੀਮੈਂਟ ਵੀ ਲਗਾਤਾਰ 3 ਖੇਤੀ ਕਾਨੂੰਨਾਂ ਦੇ ਮਸਲੇ 'ਤੇ ਆਪਣੀ ਆਵਾਜ਼ ਬੁਲੰਦ ਕਰਨਗੇ। ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਇਸ ਸਾਰੀ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਟਿੱਪਣੀ ਕਰਨ ਦੇ ਲਈ। ਤੇ ਹੁਣ
ਸਿਆਸੀ ਬਿਆਨਾਂ ਦੇ ਵੱਲ ਰੁਖ ਕਰਾਂਗੇ। ਵੱਖ-ਵੱਖ ਸਿਆਸੀ ਧਿਰਾਂ ਨੇ ਪਾਰਲੀਮੈਂਟ ਸੈਸ਼ਨ ਦੇ ਉੱਤੇ ਬਿਆਨ ਦਿੱਤੇ ਨੇ। ਹੁਣ ਕਿਸਾਨ ਇੰਨੀ ਦੇਰ ਤੋਂ ਐਜੀਟੇਸ਼ਨ ਕਰ ਰਿਹਾ ਸਾਰੇ ਹਿੰਦੁਸਤਾਨ ਦਾ। ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਮੁਜ਼ਾਹਰੇ ਧਰਨੇ ਹੋ ਰਹੇ ਨੇ, ਹੜਤਾਲਾਂ ਹੋ ਰਹੀਆਂ, ਦੇਸ਼ ਬੰਦ ਹੋ ਰਹੇ ਨੇ, ਲੇਕਿਨ ਉਸ ਦੀ ਗੱਲ ਦੀ ਕੋਈ ਸੁਣਵਾਈ ਅਜੇ ਤੱਕ ਨਹੀਂ ਹੋਈ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਫਿਰ ਪ੍ਰੈਜ਼ੀਡੈਂਟ ਅਰੈਸਟ ਜਾਣ ਦਾ ਜੋ ਦੇਸ਼ 'ਚ ਉਸਦੀ ਸੁਣਵਾਈ ਨਹੀਂ ਕਿਸਾਨ ਦੀ, ਤਾਂ ਸਾਡਾ ਉੱਥੇ ਕੋਈ ਜਾਣ ਦਾ ਫਰਜ਼ ਨਹੀਂ ਬਣਦਾ। ਇਸ ਕਾਰਨ ਕਰਕੇ ਅਸੀਂ ਬਾਈਕਾਟ ਕਰ ਰਹੇ ਹਾਂ ਅਤੇ ਕੱਲ੍ਹ ਦਾ ਜਿਹੜਾ ਹੈਗਾ ਉਹਦਾ ਕਾਰਨ ਵਿਜ ਰਿਹਾ ਹੈ। ਅੱਜ ਇਹ ਵੀ ਸਾਰੇ ਦੇਸ਼ ਵਾਸੀਆਂ ਨੂੰ ਪਤਾ ਹੈ ਕਿ ਅੰਗਰੇਜ਼ ਵੇਲੇ ਤੋਂ ਲੈ ਕੇ ਸਰ ਛੋਟੂ ਰਾਮ, ਫਿਰ ਚੌਧਰੀ ਚਰਨ ਸਿੰਘ, ਉਸ ਤੋਂ ਬਾਅਦ ਸਰ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਦਾ ਸਭ ਤੋਂ ਵੱਡਾ ਹਿੰਦੁਸਤਾਨ 'ਚ ਲੀਡਰ ਗਿਣਿਆ ਜਾਂਦਾ ਹੈ। ਅਤੇ ਇਸ ਕਰਕੇ ਜਿਸ ਪਾਰਟੀ ਦਾ ਸਰਪ੍ਰਸਤ ਆ ਪ੍ਰਕਾਸ਼ ਸਿੰਘ ਬਾਦਲ ਹੈ, ਜੋ ਸਰਬੱਤ ਦਾ ਭਲਾ ਕਰਨ ਵਾਲੀ ਪਾਰਟੀ ਹੈ ਅਤੇ ਕਿਸਾਨੀ ਵਾਸਤੇ ਸਾਰੀ ਜ਼ਿੰਦਗੀ ਲੜੀ ਹੈ, ਅਤੇ ਅੱਜ ਕਿਸਾਨ 'ਤੇ ਸੰਕਟ ਹੋਵੇ ਤਾਂ ਸਾਡਾ ਉੱਥੇ ਜਾਣਾ ਜਾਇਜ਼ ਨਹੀਂ। ਇਸ ਕਰਕੇ ਅਸੀਂ ਇਹ ਸਾਰਾ ਤੁਹਾਨੂੰ ਅੱਜ ਬੁਲਾਇਆ ਗਿਆ ਹੈ। ਇਹ ਕੱਲ੍ਹ ਜਿਹੜਾ ਪ੍ਰੈਜ਼ੀਡੈਂਸ਼ੀਅਲ ਐਡਰੈਸ ਆ, ਸ਼੍ਰੋਮਣੀ ਅਕਾਲੀ ਦਲ ਇਕੱਲਾ ਹੀ ਨਹੀਂ ਬਾਈਕਾਟ ਕਰੇਗਾ, ਬਲਕਿ ਦੇਸ਼ ਦੀਆਂ ਜਿਹੜੀਆਂ ਹਮਖਿਆਲ ਪਾਰਟੀਆਂ ਅਤੇ ਖੇਤਰੀ ਪਾਰਟੀਆਂ ਨੇ, ਅਸੀਂ ਉਹਨਾਂ ਨਾਲ ਵੀ ਰਾਬਤਾ ਕਾਇਮ ਕੀਤਾ। ਅੱਜ ਆ ਕੇ ਜਿਹੜੇ ਕਾਨੂੰਨਾਂ ਦੀ ਇੰਪਲੀਮੈਂਟੇਸ਼ਨ 'ਤੇ ਸਰਵਉੱਚ ਅਦਾਲਤ ਨੇ ਆਰਡਰ ਕਰਤੇ ਹੋਣ, ਉਹ ਕਾਨੂੰਨਾਂ ਨੂੰ ਕਾਇਮ ਰੱਖਣ 'ਤੇ ਜਿੱਦ ਫੜੀ ਬੈਠੀ ਹੈ ਭਾਰਤ ਸਰਕਾਰ। ਕੋਈ ਜਵਾਬ ਨਹੀਂ ਉਹਨਾਂ ਕੋਲ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਰਿਪੀਲ ਹੋਣੇ ਚਾਹੀਦੇ ਨੇ, ਰੱਦ ਹੋਣੇ ਚਾਹੀਦੇ ਨੇ, ਔਰ ਜਮਹੂਰੀ ਤਰੀਕੇ ਨਾਲ ਇਹਦਾ ਸਾਰਥਕ ਹੱਲ ਕੱਢਣ ਦੀ ਲੋੜ ਸੀ, ਪਰ ਸਰਕਾਰ ਜਿੱਦ ਫੜੀ ਬੈਠੀ ਆ। ਇਸ ਲਈ ਜਿਹੜਾ ਬਾਈਕਾਟ ਕੀਤਾ ਭਾਰਤ ਦੇ ਰਾਸ਼ਟਰਪਤੀ ਜੀ ਦੇ ਮਾਨਯੋਗ ਦਾ ਅਸੀਂ ਜਿਹੜਾ ਪ੍ਰੈਜ਼ੀਡੈਂਸ਼ੀਅਲ ਐਡਰੈਸ ਆ, ਇਸ ਕਰਕੇ ਕੀਤਾ ਕਿ ਦੇਸ਼ ਦਾ ਲੋਕ ਰਾਜੀ ਸਿਸਟਮ ਲੜਖੜਾ ਰਿਹਾ। ਅਪੀਲ ਦਲੀਲ ਦੀ ਕੋਈ ਥਾਂ ਨਹੀਂ ਰਹੀ, ਬਲਕਿ ਜਿੱਦ ਜਿਹੜੀ ਆ ਸਰਕਾਰ ਦੀ, ਆਪਣਾ ਵਕਾਰ ਲੋਕਾਂ ਦੇ ਵਕਾਰ ਤੋਂ ਉੱਪਰ ਸਮਝੀ ਬੈਠੀ ਆ ਸਰਕਾਰ। ਇਹਦੇ ਨਾਲ ਦੇਸ਼ ਦੇ ਵਿਕਾਸ ਨੂੰ ਤੇ ਦੇਸ਼ ਦੇ ਵਿੱਚ ਅਣਸਖਾਵਾਂ ਮਾਹੌਲ ਜਿਹੜਾ ਪੈਦਾ ਕੀਤਾ ਜਾ ਰਿਹਾ, ਉਹ ਚਿੰਤਾ ਵਾਲੀ ਗੱਲ ਆ, ਫਿਕਰ ਵਾਲੀ ਗੱਲ ਆ। ਜੋ ਵਿਉਂਤਬੰਦੀ ਹੋਈ ਉਹ ਪ੍ਰੀ ਪਲਾਨ ਸੀ, ਔਰ ਉਹ ਦੇਖਣ ਨੂੰ ਤੁਹਾਡੇ ਸਾਹਮਣੇ ਉਹ ਸਾਰਾ ਕੁਝ ਆਇਆ। ਇਸ ਲਈ ਇਹਦੇ ਲਈ ਕਿਸਾਨ ਨਹੀਂ ਜ਼ਿੰਮੇਵਾਰ, ਕਿਸਾਨ ਪੀਸਫੁਲ ਨੇ। ਉਹਨਾਂ ਦੀ ਤਾਂ ਜ਼ਿੰਦਗੀ ਮੌਤ ਦੀ ਲੜਾਈ, ਉਹ ਆਪਣੀ ਰੋਜੀ ਰੋਟੀ ਲਈ ਲੜ ਰਹੇ ਆ, ਉਹਨਾਂ ਦੀ ਸੁਣੀ ਜਾਣੀ ਚਾਹੀਦੀ। ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ, ਔਰ ਜਿਨ੍ਹਾਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਛੋਟੀ ਸਿਆਸਤ ਵਾਸਤੇ, ਉਹਨਾਂ ਨੂੰ ਚਿਹਰੇ ਨੰਗੇ ਹੋ ਕੇ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਅੰਨਦਾਤਾ ਨੂੰ, ਉਹਨਾਂ ਨੂੰ ਰਿਜੈਕਟ ਔਰ ਬਾਈਕਾਟ ਉਹਨਾਂ ਦਾ ਕਰਨਾ ਚਾਹੀਦਾ। ਮੈਂ ਅੱਜ ਵੀ ਮਹਿਸੂਸ ਕਰਦਾ ਕਿਸਾਨ ਪੈਟਰੀਆਟਿਕ ਵੀ ਹੈ, ਨੈਸ਼ਨਲਿਸਟ ਵੀ ਹੈ। ਕਿਸਾਨ ਇਸ ਧਰਤੀ ਮਾਤਾ ਦਾ, ਇਸ ਧਰਤੀ ਦਾ ਸਤਿਕਾਰ ਕਰਦਾ, ਔਰ ਉਹਨਾਂ ਦੇ ਸੁਪੁੱਤਰ ਬਾਰਡਰ ਤੇ ਦੇਸ਼ ਲਈ ਲੜਦੇ। ਇਸ ਲਈ ਉਹ ਕਦੇ ਵੀ ਇਹ ਦੇਸ਼ ਦੀ ਸ਼ਾਨ ਦੇ ਖਿਲਾਫ ਕੋਈ ਕੰਮ ਕਰ ਹੀ ਨਹੀਂ ਸਕਦਾ। ਉਧਰ ਸਿੰਘੂ ਬਾਰਡਰ ਦੇ ਉੱਤੇ ਵੀ ਕਿਸਾਨ ਜਥੇਬੰਦੀਆਂ ਦੀ ਕਾਲ ਦੇ ਮੁਤਾਬਿਕ ਤਿਰੰਗੇ ਝੰਡੇ ਨੂੰ ਹੱਥ ਵਿੱਚ ਲੈ ਕੇ ਇੱਕ ਮਾਰਚ ਕੱਢਿਆ ਗਿਆ, ਜਿਸ ਮਾਰਚ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਸਮੇਤ ਸਾਰੇ ਕਿਸਾਨ ਮੌਜੂਦ ਰਹੇ ਨੇ ਤੇ ਇਹ ਮਾਰਚ ਲਗਾਤਾਰ ਲੰਬਾ ਹੁੰਦਾ ਜਾ ਰਿਹਾ ਸੀ। ਤੇ ਇਸ ਸਾਰੇ ਮਾਰਚ ਦੇ ਵਿੱਚ ਤਿਰੰਗੇ ਝੰਡੇ ਹੱਥ ਵਿੱਚ ਲੈ ਕੇ ਦੇਸ਼ ਦੀ ਆਨ ਮਾਨ ਅਤੇ ਸ਼ਾਨ ਨੂੰ ਬਰਕਰਾਰ ਰੱਖਿਆ ਗਿਆ। ਸਾਡੇ ਕਿਸਾਨ ਸੰਘਰਸ਼ ਨੂੰ ਪਿੱਛੇ ਢਾ ਰਹੇ ਨੇ, ਤਾਰ ਪੀਟੋ ਕਰਨ ਲੱਗੇ, ਅਸੀਂ ਕਦੀ ਕਾਮਯਾਬ ਨਹੀਂ ਹੋਣ ਦੇਵਾਂਗੇ। ਸਾਡੀ ਮਜ਼ਦੂਰ ਏਕਤਾ, ਕਿਸਾਨ ਏਕਤਾ, ਹਰਿਆਣੇ ਦੀ ਏਕਤਾ, ਰਾਜਸਥਾਨ ਦੀ ਏਕਤਾ, ਯੂਪੀ ਦੀ ਏਕਤਾ, ਮਹਾਰਾਸ਼ਟਰ ਦੀ ਏਕਤਾ। ਕਿਸਾਨ ਕਿਸਾਨ ਆ, ਕਿਸਾਨ ਸਿਰਫ ਧਰਤੀ ਮਾਂ ਦਾ ਪੁੱਤ ਆ, ਮਾਂ ਧਰਤੀ ਨੂੰ ਮਾਂ ਸਮਝਦਾ ਹੈ, ਔਰ ਆਪਦੀ ਜ਼ਮੀਨ ਨੂੰ ਨਹੀਂ ਜਾਣ ਦਊਗਾ, ਚਾਹੇ ਉੜੀਸਾ ਦਾ, ਚਾਹੇ ਮਹਾਰਾਸ਼ਟਰ ਦਾ, ਚਾਹੇ ਹਰਿਆਣੇ ਦਾ, ਚਾਹੇ ਪੰਜਾਬ ਦਾ, ਇੱਕਜੁੱਟ ਹੋ ਕੇ ਲੜੂਗਾ। ਉਧਰ ਕਿਸਾਨਾਂ ਦੇ ਪ੍ਰਦਰਸ਼ਨ ਦੇ ਹਾਲਾਤ ਕਿਹੋ ਜਿਹੇ ਨੇ ਤੇ ਲਗਾਤਾਰ ਆ ਰਹੀਆਂ ਟਿੱਪਣੀਆਂ ਤੋਂ ਬਾਅਦ ਪੰਜਾਬੀ ਅਦਾਕਾਰਾ ਤੇ ਲਗਾਤਾਰ ਸੰਘਰਸ਼ ਦੇ ਵਿੱਚ ਐਕਟਿਵ ਰਹਿਣ ਵਾਲੀ ਸੋਨੀਆ ਮਾਨ ਦੇ ਵੱਲੋਂ ਕੀ ਕੁਝ ਕਿਹਾ ਗਿਆ, ਉਹ ਸੁਣਦੇ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਵੀ ਜਿਵੇਂ ਸਾਡਾ ਇਹ ਮੋਰਚਾ ਪਹਿਲੋਂ ਚੱਲ ਰਿਹਾ ਸੀਗਾ, ਉਸੇ ਤਰੀਕੇ ਦੇ ਨਾਲ ਹੁਣ ਚੱਲ ਰਿਹਾ ਹੈ। ਇਹ ਜੀ ਕੋਈ ਗੱਲ ਨਹੀਂ ਹੈ ਗਿਣਤੀ ਘਟੀ ਹੈ। ਇਹ ਉਹੀ ਟਰੈਕਟਰ ਆ ਜਿਹੜੇ ਵਾਪਸ ਗਏ, ਜਿਹੜੇ 26 ਤਰੀਕ ਦੇ ਮਾਰਚ ਵਾਸਤੇ ਆਏ ਸੀਗੇ, ਉਹੀ ਸਿਰਫ ਵਾਪਸ ਗਏ ਨੇ। ਹੋਰ ਬਾਕੀ
ਵੱਲੋਂ ਜਿੰਨੀਆਂ ਵੀ ਗਲਤ ਫਹਿਮੀਆਂ ਪਾਈ ਜਾ ਰਹੀਆਂ ਨੇ ਔਰ ਜਿੰਨਾ ਵੀ ਸਾਨੂੰ ਡਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਭੜਕਾਇਆ ਜਾ ਰਿਹਾ ਜਾਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ, ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦੀ ਹਾਂ ਵੀ ਮੈਂ 26 ਤਰੀਕ ਨੂੰ ਖੁਦ ਇਹ ਪਾਰਟ ਸੀਗੀ ਇਸ ਮੋਰਚੇ ਦਾ। ਮੈਂ ਟਿਕਰੀ ਬਾਰਡਰ ਤੋਂ ਅਸੀਂ ਦਿੱਲੀ ਵੱਲ ਨੂੰ ਗਏ ਸੀਗੇ ਔਰ ਮੈਂ ਖੁਦ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈ ਕਿ ਸਾਡੇ 1 ਕਿਲੋਮੀਟਰ ਅੱਗੇ ਤੇ ਇੱਕ ਦੂਜਾ ਮੋਰਚਾ ਚੱਲ ਰਿਹਾ ਸੀਗਾ, ਜਿਹੜੇ ਕਿ ਕਿਸਾਨੀ ਕੱਪੜੇ ਪਾ ਕੇ, ਕਿਸਾਨੀ ਦੇ ਟਰੈਕਟਰ ਲੈ ਕੇ, ਕਿਸਾਨੀ ਦੇ ਝੰਡੇ ਲੈ ਕੇ ਚੱਲ ਰਹੇ ਸੀਗੇ। ਉਹ ਸਾਡੇ ਮੋਰਚੇ ਦੇ ਵਿੱਚੋਂ ਨਹੀਂ ਸੀਗੇ। ਉਧਰ ਚੰਡੀਗੜ੍ਹ ਦੇ ਵਿੱਚ ਸਿੱਖ ਵਿਦਵਾਨਾਂ ਅਤੇ ਪੰਜਾਬੀ ਚਿੰਤਕਾਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਨ੍ਹਾਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਗੱਲ ਕਹੀ ਗਈ ਹੈ ਕਿ ਇਸ ਸੰਘਰਸ਼ ਨੂੰ ਤਾਰਪੀੜੋ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਤੇ ਲਗਾਤਾਰ ਸੰਘਰਸ਼ ਦਾ ਸਮਰਥਨ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਰਹੇਗਾ। ਇਸ ਅੰਦੋਲਨ ਦੀ ਅਸੀਂ ਸਾਰੇ ਇਹੀ ਸੁੱਖ ਸ਼ਾਂਤੀ ਜਾਂ ਇਸ ਨੂੰ ਨੇਪਰੇ ਜਾਂ ਸਿਰੇ ਚਾੜਨ ਲਈ ਅਸੀਂ ਸਾਰੇ ਆਸਵੰਦ ਹੈ, ਅਜੇ ਵੀ ਆਸਵੰਦ ਹੈ ਸਾਰੀ ਗੱਲ ਤੇ। ਬੇਸ਼ੱਕ 26 ਜਨਵਰੀ ਰਿਪਬਲਿਕ ਡੇ ਤੇ ਕੁਝ ਅਣਸਖਾਵੀਆਂ ਘਟਨਾਵਾਂ ਵਾਪਰੀਆਂ। ਅੱਜ ਜਿਸ ਮਾਹੌਲ 'ਚ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਇਹਦੇ ਵਿੱਚ ਕੁਦਰਤੀ ਆ ਥੋੜ੍ਹੀ ਜਿਹੀ ਅਸੀਂ ਠੇਸ ਨਾਲ, ਥੋੜ੍ਹੇ ਜਿਹੇ ਇਸ ਕਿਸਮ ਦੇ ਅਫਸੋਸ ਨਾਲ ਵੀ ਗੱਲ ਕਰ ਰੱਖ ਰਹੇ ਹਾਂ ਕਿ ਜੋ 26 ਜਨਵਰੀ ਨੂੰ ਇੱਕ ਨਵਾਂ ਇਤਿਹਾਸ ਦਾ ਚੈਪਟਰ ਰਚਣ ਜਾ ਰਿਹਾ ਸੀ, ਉਹਦੇ ਤੋਂ ਅਸੀਂ ਕਿਤੇ ਥੋੜ੍ਹੇ ਭੜਕ ਗਏ। ਅਸੀਂ ਉਸ ਨੂੰ ਉਸ ਰੂਪ 'ਚ ਨਹੀਂ ਕਰ ਪਾਏ ਜੋ ਸਾਨੂੰ ਉਮੀਦਾਂ ਸੀ ਤੇ ਜੋ ਸਾਰੇ ਲੋਕਾਂ ਨੂੰ ਦੇਸ਼ ਤੇ ਵਿਦੇਸ਼ਾਂ ਵਿੱਚ ਉਸ ਮਾਰਚ ਤੋਂ ਉਮੀਦਾਂ ਸੀ। ਇਹ ਗੱਲ ਬਿਲਕੁਲ ਠੀਕ ਹੈਗੀ ਹੈ ਕਿ ਜੋ ਉੱਥੇ ਬੇਗਮਪੁਰਾ ਰੂਪੀ ਸ਼ਹਿਰ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਖਾਸ ਕਰਕੇ ਵਸਾਏ ਗਏ ਔਰ ਜਿਹਦੇ ਵਿੱਚ ਕਿਸਾਨ ਯੂਨੀਵਰਸਿਟੀਆਂ ਖੋਲ੍ਹੀਆਂ ਗਈਆਂ, ਜਿਹਦੇ ਤੋਂ ਇਹਨਾਂ ਲੋਕਾਂ ਨੇ, ਸਾਡੇ ਖਾਸ ਕਰ ਨੌਜਵਾਨਾਂ ਨੇ ਇੱਕ ਡਿਸਿਪਲਿਨ, ਇੱਕ ਸਹਿਚਾਰ, ਇੱਕ ਸਾਰਾ ਕੁਝ ਸਿੱਖਿਆ, ਉਹ ਆਉਣ ਵਾਲੇ ਸਮੇਂ 'ਚ ਸਾਡੇ ਕੋਈ ਜੀਵਨ 'ਚੋਂ ਜਾ ਨਹੀਂ ਰਿਹਾ, ਉਹ ਬਿਲਕੁਲ ਸਾਡੇ ਨਾਲ ਰਹੂਗਾ। ਉਹਦੀ ਜਿਹੜੀ ਦਿਸ਼ਾ ਜੋ ਅਸੀਂ ਆਪਣੇ ਜ਼ਿਹਨ 'ਚ, ਜੋ ਆਤਮਾ 'ਚ, ਜੋ ਆਪਣੇ ਖੂਨ 'ਚ ਉਤਰਿਆ ਆ, ਉਹਦੇ ਅਸਰ ਬਹੁਤ ਦੂਰ ਤੱਕ ਰਹਿਣਗੇ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਚਿੱਠੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਲਿਖੀ ਗਈ ਹੈ, ਜਿਸ ਚਿੱਠੀ ਦੇ ਵਿੱਚ ਉਹਨਾਂ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਨ ਸਨਮਾਨ ਬਹਾਲ ਕਰਵਾਉਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਪੰਜਾਬੀ ਭਾਸ਼ਾ ਦਾ ਜੰਮੂ ਕਸ਼ਮੀਰ ਤੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਇਤਿਹਾਸਿਕ ਸੰਬੰਧ ਹੈ। ਇਹ ਹਵਾਲਾ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪੰਜਾਬੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਅਧਿਕਾਰਿਤ ਭਾਸ਼ਾ ਦੀ ਸੂਚੀ ਵਿੱਚ ਦਰਜ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਖਲ ਮੰਗਿਆ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸਲਾਹ ਦੇਣ ਕਿ ਯੂਟੀ ਜੰਮੂ ਅਤੇ ਕਸ਼ਮੀਰ ਦੀਆਂ ਅਧਿਕਾਰਿਕ ਭਾਸ਼ਾਵਾਂ ਦੀ ਸੂਚੀ ਤੇ ਪੁਨਰ ਵਿਚਾਰ ਕਰਦੇ ਹੋਏ ਇਸ ਦੀ ਸਮੀਖਿਆ ਕੀਤੀ ਜਾਵੇ ਅਤੇ ਪੰਜਾਬੀ ਭਾਸ਼ਾ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ। ਅਧਿਕਾਰਤ ਭਾਸ਼ਾ ਦੀ ਸੂਚੀ ਵਿੱਚ ਪੰਜਾਬੀ ਭਾਸ਼ਾ ਨੂੰ ਬਾਹਰ ਕਰਨ ਦੇ ਮਾਮਲੇ ਉੱਤੇ ਪੰਜਾਬੀ ਭਾਈਚਾਰੇ ਵਿੱਚ ਪਾਈ ਜਾ ਰਹੀ ਨਾਰਾਜ਼ਗੀ ਦੀ ਤਰਜਮਾਨੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਜੰਮੂ ਕਸ਼ਮੀਰ ਪੰਜਾਬ ਦਾ ਹਿੱਸਾ ਰਿਹਾ ਹੈ ਅਤੇ ਇਸ ਖਿੱਤੇ ਦੀ ਪੰਜਾਬੀ ਇੱਕ ਖੇਤਰੀ ਭਾਸ਼ਾ ਰਹੀ ਹੈ। ਉਹਨਾਂ ਪੱਤਰ ਵਿੱਚ ਲਿਖਿਆ ਹੈ ਕਿ ਜਦੋਂ ਜੰਮੂ ਦੇ ਕਸ਼ਮੀਰ 'ਚ ਆਜ਼ਾਦ ਸੂਬੇ ਵਜੋਂ ਹੋਂਦ ਦੇ ਵਿੱਚ ਆਇਆ ਤਾਂ ਇਸ ਸੂਬੇ ਵਿੱਚ ਪੰਜਾਬੀ ਜ਼ੁਬਾਨ ਵੱਡੇ ਪੱਧਰ ਤੇ ਬੋਲੀ ਜਾਂਦੀ ਸੀ ਅਤੇ ਹੁਣ ਕਸ਼ਮੀਰ ਘਾਟੀ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਬੋਲੀ ਜਾਂਦੀ ਇਸ ਭਾਸ਼ਾ ਦੇ ਨਾਲ ਜੰਮੂ ਖਿੱਤੇ ਵਿੱਚ ਪੰਜਾਬੀ ਸਾਰੇ ਪੰਜਾਬੀਆਂ ਦੀ ਮਾਂ ਬੋਲੀ ਬਣ ਚੁੱਕੀ ਹੈ। ਸੋ ਮੁੱਖ ਮੰਤਰੀ ਨੇ ਕਿਹਾ ਕਿ ਸਤੰਬਰ 2020 ਵਿੱਚ ਜ਼ੁਬਾਨੀ ਵੋਟਾਂ ਨਾਲ ਸੰਸਦ ਦੇ ਦੋਵੇਂ ਸਦਨਾਂ ਵਿੱਚੋਂ ਪਾਸ ਕੀਤੇ ਜੰਮੂ ਕਸ਼ਮੀਰ ਭਾਸ਼ਾਵਾਂ ਬਿੱਲ 2020 ਦੇ ਤਹਿਤ ਯੂਟੀ ਜੰਮੂ ਕਸ਼ਮੀਰ ਵਿੱਚ ਮੌਜੂਦਾ ਸਮੇਂ ਦਰਜ ਉਰਦੂ ਅਤੇ ਅੰਗਰੇਜ਼ੀ ਭਾਸ਼ਾ ਤੋਂ ਇਲਾਵਾ ਕਸ਼ਮੀਰੀ, ਡੋਗਰੀ ਤੇ ਹਿੰਦੀ ਨੂੰ ਅਧਿਕਾਰਿਤ ਭਾਸ਼ਾ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ। ਦੁੱਖ ਦੀ ਗੱਲ ਹੈ ਕਿ ਪੰਜਾਬੀ ਨੂੰ ਅਧਿਕਾਰਿਤ ਭਾਸ਼ਾਵਾਂ ਦੀ ਸੂਚੀ ਦੇ ਵਿੱਚ ਦਰਜ ਨਹੀਂ ਕੀਤਾ ਗਿਆ, ਜੋ ਕਿ ਹੁਣ ਯੂਟੀ ਦੀ ਅਧਿਕਾਰਿਤ ਭਾਸ਼ਾ ਨਹੀਂ ਰਹੀ, ਸਗੋਂ ਸਕੂਲਾਂ ਵਿੱਚ ਵੀ ਇਹਨਾਂ ਨੂੰ ਲਾਜ਼ਮੀ ਭਾਸ਼ਾ ਵਜੋਂ ਪੜ੍ਹਾਇਆ ਜਾਵੇਗਾ। ਤੇ ਉਧਰ ਪੰਜਾਬ ਦੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰ ਸਿੰਘ ਦੇ ਵੱਲੋਂ ਕਿਸਾਨਾਂ ਦੇ ਨਾਮ ਅਪੀਲ ਕੀਤੀ ਗਈ ਹੈ ਤੇ ਲਗਾਤਾਰ ਕਿਸਾਨਾਂ ਦੇ ਨਾਲ ਸਮਰਥਨ ਦੇਣ ਦੀ ਗੱਲ ਕੀਤੀ ਹੈ। ਕਿ ਕੁਝ ਕਹਿ ਰਹੇ ਨੇ ਡਾਕਟਰ ਅਮਰ ਸਿੰਘ, ਉਹ ਸੁਣਦੇ ਹਾਂ। ਅਸੀਂ ਕਿਉਂਕਿ ਕਿਸਾਨੀ ਦਾ ਮੁੱਦਾ ਇੰਨਾ ਭਖਿਆ ਹੋਇਆ, ਇੰਨਾ ਗਰਮ ਹੈ ਔਰ ਅਸੀਂ ਬਿਲਕੁਲ ਇਹਨੂੰ ਚੱਕਾਂਗੇ। ਮੈਂ ਆਪ ਵੀ ਇਹਦੇ ਤੇ ਬਹੁਤ ਬੋਲਣਾ ਚਾਹੁੰਦਾ
ਔਰ ਅਸੀਂ ਕੇਂਦਰ ਸਰਕਾਰ ਨੂੰ ਘੇਰਨਾ ਚਾਹੁੰਦੇ ਹਾਂ ਕਿ ਜਿਹੜੇ ਤੁਸੀਂ 3 ਕਾਲੇ ਕਾਨੂੰਨ ਬਣਾਏ ਇਹਨਾਂ ਨੂੰ ਵਾਪਸ ਲਓ। ਕੋਈ ਡਿਸਕਸ਼ਨ ਨਹੀਂ ਕੀਤੀ, ਕੋਈ ਸਿਲੈਕਟ ਕਮੇਟੀ ਨੂੰ ਨਹੀਂ ਭੇਜਿਆ, ਕੋਈ ਤੁਸੀਂ VOTING ਨਹੀਂ ਕਰਾਈ ਹੈਗੀ। ਔਰ ਕਿਸਾਨ ਲੀਡਰਾਂ ਨੂੰ ਕਹਿ ਰਹੇ ਹੋ ਕਿ 1.5-2 ਸਾਲ ਰੋਕ ਦਿੰਦੇ ਆ, ਜਦੋਂ ਅਸੀਂ ਕਹਿ ਰਹੇ ਸੀ ਤੇ ਉਦੋਂ ਤੁਸੀਂ ਕਹਿਣਾ ਨਹੀਂ ਮੰਨਿਆ। ਇਹਦਾ ਮਤਲਬ ਤੁਸੀਂ ਰੌਲਾ ਪਾਉਣਾ ਚਾਹੁੰਦੇ ਸੀ ਸਾਰੇ ਹਿੰਦੁਸਤਾਨ 'ਚ। ਦੇਖੋ ਆਮ ਪਾਰਟੀ ਦਾ ਤਾਂ ਕੀ ਕਹਿ ਸਕਦੇ ਆ, ਮੈਂ ਉਹਨਾਂ ਵਰਗਾ ਨਹੀਂ ਹੈਗਾ ਕਿ ਕੁਝ ਵੀ ਆਪਣੇ ਮੂੰਹੋਂ ਬੋਲ ਦੂੰਗਾ। ਦੇਖੋ ਪਹਿਲੀ ਗੱਲ ਤਾਂ ਹੈ ਕਿ ਜਿਹੜਾ ਲਾਲ ਕਿਲ੍ਹਾ ਉਹ ਸਾਡੀ ਆਜ਼ਾਦੀ ਦਾ, ਸਾਡੇ ਗਣਤੰਤਰ ਦਾ ਉਹਦਾ ਪ੍ਰਤੀਕ ਹੈ, ਉਹਦਾ ਸਿੰਬਲ ਹੈਗਾ। ਉੱਥੇ ਜੋ ਵੀ ਮੰਦਭਾਗੀ ਘਟਨਾ ਹੋਈ ਆ, ਮੈਂ ਉਹਦੀ ਬਿਲਕੁਲ ਪੁਰਜੋਰ ਨਿੰਦਾ ਕਰਦਾ ਕਿ ਉੱਥੇ ਕਿਸੇ ਵੀ ਕਿਸਮ ਦਾ ਇਸ ਤਰ੍ਹਾਂ ਨਹੀਂ, ਕਿਉਂਕਿ ਸਾਨੂੰ ਕਿਸੇ ਵੀ ਕਿਸਮ ਦੀ ਨਹੀਂ ਕਰਨਾ ਚਾਹੀਦਾ ਕਿ ਜਿਹਦੇ 'ਚ ਸਾਡਾ ਜਿਹੜਾ ਲਾਲ ਕਿਲ੍ਹਾ ਉਹਦੀ ਕਿਸੇ ਵੀ ਤਰ੍ਹਾਂ 'ਤੇ ਉਹ ਇੱਜ਼ਤ ਘਟੇ, ਤੇ ਉਹਦੀ ਤਾਂ ਮੈਂ ਪੂਰੀ ਨਿੰਦਾ ਕਰਦਾ। ਬਿਲਕੁਲ ਅੰਦੋਲਨ ਚੱਲੇਗਾ ਜਦ ਤੱਕ ਕੇਂਦਰ ਸਰਕਾਰ ਵਾਪਸ ਨਹੀਂ ਲਊਗੀ। ਕਾਰਨ ਉਹਦਾ ਇਹ ਹੈਗਾ, ਉਹ ਤਾਂ ਬਹੁਤ ਸਾਰੇ ਲੋਕ ਸਿਰਫ 26 ਜਨਵਰੀ ਦੇ ਮਾਰਚ ਲਈ ਆਪਣੇ ਟਰੈਕਟਰ ਲੈ ਕੇ ਆਏ ਸੀ, ਤੇ ਉਹ ਨੈਚੁਰਲੀ ਉਹ ਕੋਈ ਪ੍ਰਬੰਧ ਥੋੜੀ ਕਰਕੇ ਆ ਇੱਥੇ ਰੁਕਣ ਦਾ, ਉਹ ਵਾਪਸ ਜਾ ਰਹੇ ਹੋਣੇ ਆ। ਪਰ ਜਿੱਥੋਂ ਤੱਕ ਜਿਹੜੇ ਜਥੇਬੰਦੀਆਂ ਨੇ ਔਰ ਉਹਨਾਂ ਨਾਲ ਹਜ਼ਾਰਾਂ ਲੱਖਾਂ ਲੋਕ ਬੈਠੇ ਆ, ਉਹਨਾਂ ਕਿਤੇ ਵਾਪਸ ਥੋੜੀ ਜਾਣਾ, ਉਹਨਾਂ ਦਾ ਪੂਰਾ ਆਪਣਾ ਰਹਿਣ ਦਾ ਪ੍ਰਬੰਧ ਕੀਤਾ ਹੋਇਆ। ਉਧਰ ਖੇਤੀ ਕਾਨੂੰਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਪੱਛਮੀ ਬੰਗਾਲ ਦੇ ਵਿੱਚੋਂ ਸਾਹਮਣੇ ਆ ਰਹੀ ਹੈ, ਜਿੱਥੇ ਪੱਛਮੀ ਬੰਗਾਲ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵੱਲੋਂ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਪੱਛਮੀ ਬੰਗਾਲ ਦੀ ਵਿਧਾਨ ਸਭਾ ਦੇ ਵਿੱਚ ਜਿੱਥੇ ਮਮਤਾ ਬੈਨਰਜੀ ਦੀ ਪਾਰਟੀ ਦੇ ਨਾਲ ਲੈਫਟ ਪਾਰਟੀਆਂ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਸਮਰਥਨ ਕੀਤਾ ਗਿਆ ਹੈ, ਉਧਰ ਭਾਜਪਾ ਦੇ ਵਿਧਾਇਕਾਂ ਦੇ ਵੱਲੋਂ ਇਸ ਵਕਤ ਇਸ ਦਾ ਵਿਰੋਧ ਕੀਤਾ ਗਿਆ ਤੇ ਵਿਧਾਨ ਸਭਾ ਦੇ ਵਿੱਚੋਂ ਵਾਕਆਊਟ ਕਰ ਦਿੱਤਾ ਗਿਆ। ਦੱਸਦੀ ਕਿ ਇਸ ਦਰਮਿਆਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵੱਲੋਂ ਭਾਜਪਾ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਸੀ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਖੇਤੀ ਕਾਨੂੰਨ ਜਲਦ ਤੋਂ ਜਲਦ ਵਾਪਸ ਹੋਣ ਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ। ਸੋ ਇਹ ਵੱਡੀ ਖਬਰ ਹੈ ਕਿ ਲਗਾਤਾਰ ਵੱਖ-ਵੱਖ ਸੂਬਿਆਂ ਦੇ ਵਿੱਚੋਂ ਇਹ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਸਤਾਵ ਪਾਸ ਹੁੰਦੇ ਨੇ। ਪੰਜਾਬ ਦੇ ਵਿੱਚ ਹੁੰਦੇ ਨੇ, ਕੇਰਲ ਦੇ ਵਿੱਚ ਹੁੰਦੇ ਨੇ, ਰਾਜਸਥਾਨ ਦੇ ਵਿੱਚ ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਵੀ ਅਜਿਹੇ ਹੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ, ਜਿਸ ਦਰਮਿਆਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੀ ਫਾੜੀਆਂ ਜਾਂਦੀਆਂ ਨੇ। ਤੇ ਹੁਣ ਪੱਛਮੀ ਬੰਗਾਲ ਦੇ ਵਿੱਚੋਂ ਵੀ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਪ੍ਰਸਤਾਵ ਪੇਸ਼ ਕੀਤਾ ਗਿਆ। ਇੱਕ ਨਜ਼ਰ ਸਿਆਸੀ ਅਤੇ ਖਾਸ ਬਿਆਨਾਂ ਤੇ। 26 जनवरी को जो कुछ भी हुआ वो दुर्भाग्यपूर्ण था, जो हिंसा हुई वो दुर्भाग्यपूर्ण थी। जो भी उसके लिए जिम्मेदार हैं और जो जिम्मेदार हैं वो जिस तरह से फर्जी केस पे केस लगा रहे हैं वो नहीं, जो भी उसके लिए असल में जिम्मेदार हैं, जो भी पार्टी उसके लिए असल में जिम्मेदार है, उसको सख्त से सख्त सजा मिलनी चाहिए। लेकिन उस दिन हिंसा हुई, इस वजह से किसानों के मुद्दे नहीं खत्म हो गए। मुद्दे आज भी बरकरार है। जिस मुद्दों की वजह से वो 60 दिन से बेचारे बैठे हैं, वो मुद्दे नहीं खत्म हो गए। कह रहे हैं हम तो आंदोलन खत्म। आंदोलन कैसे खत्म? वो किसानों की जो दुखती समस्या है वो तो आज भी है। तो वो आंदोलन खत्म नहीं हो सकता, वो उनके मुद्दे खत्म नहीं हो सकते। और जिस देश का किसान दुखी है वो देश कभी भी सुखी नहीं हो सकता। हम सब लोगों को मिलके किसानों का साथ देना है, अपने अपने इलाके में अहिंसा पूर्वक, शांति पूर्वक सबको साथ देना है। और जब भी किसानों का साथ देने जाओ, अपना झंडा, डंडा, टोपी घर छोड़ के जाना। वहाँ हमें पूरे गैर राजनीतिक तरीके से एक आम आदमी बन के जाना है, इस देश का एक आम नागरिक बन के जाना है। वहाँ पे कोई राजनीति नहीं करनी उसके साथ। पंजाब इस वेले दे विच फिलहाल के लिए नहीं, फिर मुड़ हासिल होने आ नवीं ते ताज़ा अपडेट्स दे नाल। तद तक लिए मैनूं दी इजाजत। बहुत बहुत धन्यवाद।